ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਆਪਾਂ ਗੌੜੀ ਕਬੀਰ ਜੀ ਕੀ ਚੌਪਦੇ ਵਿਚਾਰ ਰਹੇ ਸੀ। 13 ਚੌਪਦੇ ਆਪਾਂ ਕੱਲ ਵਿਚਾਰ ਚੁੱਕੇ ਹਾਂ। 14ਵਾਂ ਚੌਪਦਾ ਜੋ ਹੈ ਆਪਾਂ ਵਿਚਾਰ ਕਰਾਂਗੇ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ 5ਵਾਂ। ਇਹ ਬਾਬਾ ਕਬੀਰ ਜੀ ਦੀ ਬਾਣੀ ਹੈ ਗੌੜੀ ਦਾਗ ਦੇ ਵਿੱਚ, ਤੇ ਨਾਲ ਮਹੱਲੇ 5ਵੇਂ ਦਾ ਸ਼ਬਦ ਵੀ ਰਲਾ ਕੇ ਲਿਖਿਆ ਹੋਇਆ ਹੈ। ਆਓ ਪਹਿਲਾਂ ਰਹੋ ਪੰਕਤੀਆਂ ਤੋਂ ਸ਼ੁਰੂ ਹੁੰਦਾ ਹੈ ਇਹ ਸ਼ਬਦ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲਾ ਬਿਰੋਲਾ ਨੀਰ। ਸਮਝਾਉਂਦੇ ਨੇ ਕਿ ਐਸਾ ਅਚਰਜ, ਹੈਰਾਨੀਜਨਕ ਇਹ ਚੀਜ਼ ਦੇਖੀ ਹੈ ਸੰਸਾਰ ਦੇ ਵਿੱਚ ਕਿ ਭਰਮ ਦੇ ਵਿੱਚ ਪੈ ਚੁੱਕਿਆ ਹੈ ਸੰਸਾਰ। ਜਿਵੇਂ ਆਪਾਂ ਦੇਖਦੇ ਹਾਂ ਕਿ ਦੁੱਧ ਨੂੰ ਜਮਾ ਕੇ ਫਿਰ ਦੌੜੀ ਦੇ ਵਿੱਚ ਪਾ ਕੇ ਰਿੜਕਿਆ ਜਾਂਦਾ ਸੀ, ਤੇ ਉਸ ਰਿੜਕਣ ਦੇ ਨਾਲ ਕੀ ਹੋਣਾ ਸੀ? ਮੱਖਣ ਆਉਂਦਾ ਹੈ। ਲੇਕਿਨ ਸੰਸਾਰ ਨੂੰ ਪਹਿਚਾਨ ਨਾ ਹੋਣ ਕਰਕੇ, ਭਰਮ ਦੇ ਵਿੱਚ ਹੋਣ ਕਰਕੇ ਪਾਣੀ ਨੂੰ ਰਿੜਕ ਰਿਹਾ ਹੈ। ਕਹਿੰਦੇ ਹੈਰਾਨੀ ਦੀ ਗੱਲ ਹੈ ਸੰਸਾਰ ਦੇ ਵਿੱਚ। ਬਾਬਾ ਕਬੀਰ ਜੀ ਕਹਿੰਦੇ ਦੇਖਿਆ ਹੈ ਕਿ ਦਹੀਂ ਦੇ ਭੁਲੇਖੇ, ਦੁੱਧ ਦੇ ਭੁਲੇਖੇ, ਜੰਮੇ ਹੋਏ ਦੁੱਧ ਦੇ ਭੁਲੇਖੇ ਪਾਣੀ ਨੂੰ ਰਿੜਕ ਰਿਹਾ ਹੈ ਸੰਸਾਰ। ਕਿਉਂਕਿ ਪਾਣੀ ਦੇ ਵਿੱਚੋਂ ਕਦੇ ਮੱਖਣ ਨਹੀਂ ਆਏਗਾ। ਰਿੜਕ ਕੇ ਕੀ ਕਰਨਾ ਹੁੰਦਾ ਹੈ? ਦਹੀਂ ਨੂੰ ਰਿੜਕਦੇ ਉਸ ਵਿੱਚੋਂ ਮੱਖਣ ਕੱਢਦੇ ਹਾਂ। ਮੱਖਣ ਨੂੰ ਗਰਮ ਕਰਕੇ ਘਿਓ ਬਣ ਜਾਂਦਾ ਹੈ। ਲੇਕਿਨ ਸੰਸਾਰ ਪਾਣੀ ਨੂੰ ਰਿੜਕ ਰਿਹਾ ਹੈ ਭਰਮ ਦੇ ਵਿੱਚ ਹੋਣ ਕਰਕੇ। ਅੱਗੇ ਹੋਰ ਹੈ, ਹਰੀ ਅੰਗੂਰੀ ਗਦਹਾ ਚਰੈ। ਗਦਹਾ ਚਰਦਾ ਹੈ, ਅੰਗੂਰੀ ਚਰਨਾ ਚਾਹੁੰਦਾ, ਚਰ ਤਾਂ ਨਹੀਂ ਸਕਦਾ, ਕਿਉਂਕਿ ਹਰੀ ਪਰਮੇਸ਼ਰ ਨੂੰ ਕਹਿ ਦਿੱਤਾ ਹੈ। ਹਰੀ ਅੰਗੂਰੀ ਹੈ ਜੋ ਮਿਸਰੀ ਹੈ, ਲੇਕਿਨ ਉਸ ਨੂੰ ਖਾਣਾ ਕੌਣ ਚਾਹੁੰਦਾ ਹੈ? ਗਧਾ। ਕਿਉਂਕਿ ਖਾਣੀ ਕਿਸ ਨੇ ਸੀ? ਮਾਨੁਸ ਨੇ, ਮਨ ਨੇ। ਤਨ ਨਾਲ ਹੀ ਇਸ ਨੂੰ ਖਾਣਾ ਚਾਹੁੰਦਾ ਹੈ। ਨਿਤ ਉੱਠ ਹਾਸਾ ਹੀ ਗੈ ਮਰੈ। ਉੱਠਦਾ ਹੈ। ਇਹ ਤਾਂ ਕਹਿਣ ਦਾ ਭਾਵ ਇਹ ਹੈ ਕਿ ਜੀਵ ਨਾਮ ਦੇ ਭੁਲੇਖੇ ਹੋਰ ਕੁਕਰਮ ਕਰ ਰਿਹਾ ਹੈ ਆਪਣੀ ਮੱਤ ਹੋਣ ਕਰਕੇ, ਗੁਰ ਦੀ ਮੱਤ ਨਾ ਲੈਣ ਕਰਕੇ, ਭਰਮ ਦੇ ਵਿੱਚ ਹੋਣ ਕਰਕੇ ਜੀਵ ਨੂੰ ਇਹ ਲੱਗਦਾ ਹੈ ਕਿ ਮੈਂ ਇਹ ਭਗਤੀ ਕਰ ਰਿਹਾ ਹਾਂ। ਕਿਉਂਕਿ ਜੋ ਪ੍ਰਭੂ ਦਾ ਮਿਲਾਪ ਹੈ, ਨਾਮ ਰਸ ਹੈ, ਹਰ ਰਸ ਹੈ, ਇਹ ਗੁਰ ਦੇ ਗਿਆਨ ਤੋਂ ਪ੍ਰਾਪਤ ਹੋਣਾ ਹੈ। ਗੁਰ ਦੀ ਮੱਤ ਲੈਣੀ ਹੁੰਦੀ ਹੈ, ਲੇਕਿਨ ਜੀਵ ਗੁਰ ਦੀ ਮੱਤ ਲੈਣ ਤੋਂ ਬਿਨਾਂ ਹੀ ਜੋ ਆਪਣੀ ਹੀ ਮੱਤ ਹੈ, ਆਪਣੀ ਮੱਤ ਦੇ ਵਿੱਚ ਮਾਇਆ ਮਿੱਟੀ ਦੇ ਵਿੱਚ ਜਦੋਂ ਅਸੀਂ ਰੁਲਦੇ ਹਾਂ, ਮਿੱਟੀ ਨੂੰ ਫਰੋਲਦੇ ਹਾਂ, ਮਿੱਟੀ ਦੇ ਵਿੱਚ ਲਿਟਦੇ ਹਾਂ, ਉੱਥੇ ਜਿਹੜੀ ਸਾਡੀ ਗਧਾ ਕਹਿ ਦਿੱਤਾ ਜਾਂਦਾ ਹੈ ਸਾਨੂੰ। ਜਦੋਂ ਸਾਡਾ ਪਿਆਰ
ਮਿੱਟੀ ਨਾਲ ਹੁੰਦਾ ਹੈ, ਭਸਮ ਦੀ ਢੇਰੀ ਦੇ ਨਾਲ ਹੁੰਦਾ ਹੈ। ਭੈਣ ਤੋਂ ਭਾਵ ਮਨ ਦਾ ਪਿਆਰ ਜਦੋਂ ਤਨ ਨਾਲ ਹੁੰਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਕਰਤਬ ਪ੍ਰੀਤ ਭਸਮ ਸੰਗ ਹੋਏ। ਇਸ ਕਰਕੇ ਪ੍ਰਭੂ ਨੂੰ ਮਿਲਣਾ ਸੀ ਮਨ ਨੇ, ਨਾਮ ਰਸ ਪੀਣਾ ਸੀ ਮਨ ਨੇ, ਲੇਕਿਨ ਤਨ ਕਰਕੇ ਹੀ ਜੀਵ ਕਰ ਰਿਹਾ ਹੈ। ਉੱਠਦਾ ਵੀ ਹੈ, ਸਵੇਰੇ ਸਾਜਰੇ ਉੱਠਦਾ ਵੀ ਹੈ, ਆਵਾਜ਼ਾਂ ਵੀ ਮਾਰਦਾ ਹੈ, ਗਧੇ ਵਾਂਗੂ ਰੌਲਾ ਵੀ ਪਾਉਂਦਾ ਹੈ, ਲੇਕਿਨ ਉਸ ਪ੍ਰਭੂ ਦਾ ਗਿਆਨ ਨਹੀਂ ਪਾਉਂਦਾ, ਕਿਉਂਕਿ ਗੁਰ ਦੇ ਮਤ ਲੈ ਕੇ ਹੀ ਉਸ ਨੂੰ ਪ੍ਰਾਪਤ ਕਰ ਹੁੰਦਾ ਹੈ। ਮਾਤਾ ਪੈਸਾ ਅਮੁਹਾ ਜਾਏ, ਏਦਾਂ ਹੀ ਹੰਕਾਰ ਦੇ ਨਸ਼ੇ ਦੇ ਵਿੱਚ ਜੀਵ ਹੈ ਮਨੁੱਖ, ਲੇਕਿਨ ਕਰਤੂਤ ਪਸ਼ੂ ਵਾਲੀ ਕਰਦਾ ਹੈ, ਕਿਤੇ ਗਧੇ ਵਾਲੀ, ਕਿਤੇ ਸਾਂਢ ਵਾਲੀ, ਸੰਡਾ ਪੈਸਾ। ਹੰਕਾਰ ਦੇ ਵਿੱਚ ਉਹ ਵੀ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ, ਉਹ ਵੀ ਉੱਚੇ ਥਾਂ ਚੜ੍ਹਨਾ ਚਾਹੁੰਦਾ ਹੈ ਜਿੱਥੇ ਮਾਲਕ ਵਸਦਾ ਹੈ, ਲੇਕਿਨ ਕੁੱਦਦਾ ਹੈ ਪਰ ਫਿਰ ਨੀਚੇ ਡਿੱਗ ਪੈਂਦਾ ਹੈ, ਕਿਉਂਕਿ ਗੁਰ ਦੀ ਮੱਤ ਦੁਆਰਾ ਅਸੀਂ ਪਹਿਲਾਂ ਮਨੁੱਖ ਬਣਨਾ ਹੈ, ਪ੍ਰੇਤੋਂ ਅਸੀਂ ਦੇਵਤੇ ਬਣਨਾ ਹੈ, ਫਿਰ ਦੇਵਤਾ ਬਣ ਕੇ ਫਿਰ ਅਸੀਂ ਗੁਰ ਦਾ ਮਤ ਲੈ ਕੇ ਹੀ ਉਸ ਉੱਚੇ ਥਾਂ ਤੇ ਚੜ੍ਹ ਸਕਦੇ ਹਾਂ ਜਿੱਥੇ ਪ੍ਰਭੂ ਦਾ ਬਸਾ ਹੈ। ਤੇ ਸੰਸਾਰ ਜਿਹੜਾ ਹੈ ਕੋਈ ਹੰਕਾਰ ਦੇ ਵਿੱਚ ਹੈ, ਉਸ ਨੂੰ ਤਨ ਤੱਕ ਪਿਆਰ ਹੈ, ਤਨ ਨੂੰ ਹੀ ਸ਼ਿੰਗਾਰ ਲਿਆ, ਤਨ ਨੂੰ ਨਹਾ ਲਿਆ, ਤਨ ਨੂੰ ਸੋਹਣੇ ਕੱਪੜੇ ਪਾ ਲਏ, ਤਨ ਦੁਆਰਾ ਹੀ ਭਗਤੀ ਕਰਦਾ ਹੈ, ਮਨ ਦਾ ਗਿਆਨ ਹੀ ਨਹੀਂ ਹੈ। ਇਸ ਕਰਕੇ ਉਹ ਜੀਵ ਕਦੇ ਪ੍ਰਭੂ ਨੂੰ ਨਹੀਂ ਮਿਲ ਸਕਦੇ, ਫਿਰ ਡਿੱਗ ਪੈਂਦੇ ਨੇ, ਫਿਰ ਥੱਲੇ ਡਿੱਗਦੇ ਨੇ, ਚੜ੍ਹਨਾ ਚਾਹੁੰਦੇ ਨੇ ਲੇਕਿਨ ਨਹੀਂ ਚੜ੍ਹ ਸਕਦੇ, ਕਿਉਂਕਿ ਉੱਥੇ ਨਹੀਂ ਚੜ੍ਹ ਸਕਦੇ ਜਿੱਥੇ ਮਾਲਕ ਦਾ ਵਾਸਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਕਿਉਂਕਿ ਐਡਾ ਉੱਚਾ ਕਦੋਂ ਹੁੰਦਾ ਹੈ? ਗੁਰ ਦੇ ਗਿਆਨ ਦੁਆਰਾ, ਸਾਧੂ ਜਨਾਂ ਦਾ ਸੰਗ ਕਰਕੇ। ਸਾਧ ਕੈ ਸੰਗ ਵਸੈ ਥਾਨ ਉੱਚਾ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧੂ ਦਾ ਜਨਾਂ ਦਾ ਸੰਗ ਕਰਕੇ ਹੀ ਉੱਚੇ ਥਾਂ ਤੇ ਵਾਸਾ ਹੁੰਦਾ ਹੈ। ਨਿਜ ਮਹਿਲ ਦੇ ਵਿੱਚ ਅਸੀਂ ਸਾਡਾ ਵਾਸਾ ਹੋ ਜਾਂਦਾ ਹੈ, ਮਹਿਲ 'ਚ ਅਸੀਂ ਪਹੁੰਚ ਜਾਂਦੇ ਹਾਂ। ਪਰ ਇੱਥੇ ਹੰਕਾਰ ਦੇ ਵਿੱਚ ਜੀਵ ਆਪ ਹੀ ਆਪਣੇ ਹੰਕਾਰ ਦੇ ਨਸ਼ੇ ਦੇ ਵਿੱਚ, ਗਿਆਨ ਦੇ ਨਸ਼ੇ ਦੇ ਵਿੱਚ ਕੁੱਦਦਾ ਹੈ, ਲੇਕਿਨ ਫਿਰ ਥੱਲੇ ਡਿੱਗਦਾ ਹੈ। ਕਹਿਣ ਤੋਂ ਭਾਵ ਪਸ਼ੂਆਂ ਦੀ ਤਰ੍ਹਾਂ ਕਰਮ ਕਰਦਾ ਹੈ। ਕਰਤੂਤ ਨੂੰ ਮਹਾਰਾਜ ਸਮਝਾਉਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪ੍ਰਚਾਰਾ ਕਰੇ ਦਿਨ ਰਾਤ। ਲੋਕਾਂ ਨੂੰ ਗਿਆਨ ਵੀ ਦਿੰਦਾ, ਪ੍ਰਚਾਰ ਵੀ ਕਰਦਾ ਹੈ, ਲੇਕਿਨ ਕਰਤੂਤ ਕਿਹੜੀ ਹੈ? ਪਸ਼ੂਆਂ ਵਾਲੀ। ਕਹੋ ਕਬੀਰ ਪਰ ਪ੍ਰਗਟ ਪਈ ਖੇਡ। ਬਾਬਾ ਕਬੀਰ ਜੀ ਕਹਿੰਦੇ ਸਾਨੂੰ ਹੁਣ ਖੇਡ ਪ੍ਰਗਟ ਹੋ ਗਈ ਹੈ। ਤੇ ਜਦੋਂ ਖੇਡ ਪ੍ਰਗਟ ਹੋ ਜਾਂਦੀ ਹੈ ਤੇ ਫਿਰ ਪ੍ਰਭੂ ਸਾਡੇ ਪਿੱਛੇ ਫਿਰਦਾ ਹੈ। ਉਹ ਜੀ ਪ੍ਰਭੂ ਨੂੰ ਮਿਲਣਾ ਚਾਹੁੰਦੇ ਨੇ, ਪਰ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ, ਜਿਹੜੇ ਪ੍ਰਭੂ ਦੇ ਮਤ, ਗੁਰ ਦੀ ਮੱਤ ਲੈ ਕੇ ਉਸ ਪ੍ਰਭੂ ਦੇ ਨਾਲ ਪ੍ਰਭੂ ਦੀ ਭਗਤੀ 'ਚ ਲੱਗਦੇ ਨੇ, ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਫਿਰ ਜਿਵੇਂ ਭੇਡ ਤੇ ਲੇਲੇ ਦੀ ਗੱਲ ਹੈ, ਲੇਲੇ ਕੋ ਚੂਗਾ ਨਿਤ ਭੇਡ। ਫਿਰ ਪ੍ਰਭੂ ਸਾਡੇ ਨਾਲ ਪਿਆਰ ਕਰਦਾ ਹੈ, ਕਿਉਂਕਿ ਆਪਣੇ ਭਗਤਾਂ ਦੁਆਰਾ ਆਪਣੀ ਸਿਫਤ ਸਲਾਹ ਕਰਦਾ ਹੈ। ਪਰ ਹੁੰਦਾ ਕਦੋਂ ਹੈ? ਰਾਮ ਰਮਤ ਮਤ ਪ੍ਰਗਟੀ ਆਈ।
ਕਹਿੰਦੇ ਰਾਮ ਰਮਨ ਦੇ ਨਾਲ ਮਤ ਪ੍ਰਗਟ ਹੋ ਜਾਂਦੀ ਹੈ ਤੇ ਫਿਰ ਪ੍ਰਭੂ ਸਾਡੇ ਪਿੱਛੇ ਪਿੱਛੇ, ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਹਨ, ਜਦੋਂ ਮਨ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਪਿਆ, ਜੈਸੇ ਗੰਗਾ ਨੀਰ ਪਾਛੈ ਲਾਗਾ ਹਰ ਫਿਰੈ, ਕਹਿਤ ਕਬੀਰ ਕਬੀਰ। ਫਿਰ ਹਰੀ ਸਾਡੇ ਪਿੱਛੇ ਚੱਲਦਾ ਹੈ, ਜਿਵੇਂ ਮਾਤਾ ਬੱਚੇ ਦੇ ਪਿੱਛੇ ਪਿੱਛੇ ਉਸ ਨੂੰ ਸੰਭਾਲਦੀ ਹੈ। ਬੱਚਾ ਛੋਟਾ ਜਿਹਾ, ਆਪਾਂ ਦੇਖਦੇ ਖੇਡਦੇ, ਮਾਂ ਬਾਪ ਪਿੱਛੇ ਰਹਿੰਦੇ ਨੇ, ਗਿਰ ਨਾ ਜਾਵੇ, ਇੱਦਾਂ ਪ੍ਰਭੂ ਸਾਡੀ ਸੰਭਾਲ ਕਰਦਾ ਹੈ ਤੇ ਆਪਣੇ ਜਨਾਂ ਦੁਆਰਾ ਹੀ ਆਪਣੀ ਸਿਫਤ ਸਲਾਹ ਕਰਦਾ ਹੈ। ਕਿਉਂਕਿ ਕਿਸੇ ਜਨ ਨੂੰ ਪ੍ਰਭੂ ਆਪ ਜਨਾਉਂਦਾ ਹੈ, ਫਿਰ ਆਪਣੇ ਜਨ ਦੁਆਰਾ ਹੋਰਾਂ ਜੀਵਾਂ ਨੂੰ ਜਨਾਉਂਦਾ ਹੈ। ਕਹੋ ਕਬੀਰ ਗੁਰ ਸੋਝੀ ਪਾਈ। ਇਹ ਸੋਝੀ ਪਾ ਦਿੱਤੀ ਹੈ ਗੁਰ ਨੇ। ਗੁਰ ਦਾ ਗਿਆਨ ਲੈ ਕੇ ਜਦੋਂ ਇਹ ਕਮਾਇਆ ਤੇ ਆਪਾ ਖਤਮ ਹੋ ਗਿਆ, ਮਤ ਪ੍ਰਗਟ ਹੋ ਗਈ, ਰਾਮ ਦੇ ਵਿੱਚ ਮਨ ਰਮ ਗਿਆ। ਫਿਰ ਪ੍ਰਭੂ ਹਰ ਸਮੇਂ ਸਾਡੇ ਨਾਲ ਹੈ। ਇਸ ਤਰੀਕੇ ਉਲਟਾ ਖੇਡ ਹੋ ਜਾਂਦਾ। ਫਿਰ ਪਹਿਲਾਂ ਜੀ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ, ਪਰ ਆਪਣੀ ਮਤ ਦੁਆਰਾ ਕਰਦਾ ਹੈ। ਪਰ ਜਿਹੜੇ ਗੁਰ ਦਾ ਗਿਆਨ ਲੈਂਦੇ ਨੇ, ਮਤ ਪ੍ਰਗਟ ਹੋ ਜਾਂਦੀ ਹੈ, ਉੱਥੇ ਫਿਰ ਪ੍ਰਭੂ ਸਾਡੇ ਨਾਲ ਨਾਲ ਚੱਲਦਾ ਹੈ, ਹਰ ਸਮੇਂ ਸਾਡੇ ਸਾਹਮਣੇ ਰਹਿੰਦਾ ਹੈ। ਆਠ ਪਹਿਰ ਪ੍ਰਭ ਸੈ ਹਜੂਰੇ। ਪਰ ਇਹ ਜਦੋਂ ਜੀ ਭਰਮ ਤੋੜ ਕੇ ਗੁਰ ਦੀ ਮਤ ਦੁਆਰਾ, ਕਹਿਣ ਤੋਂ ਭਾਵ ਜਦੋਂ ਪਤਾ ਚੱਲ ਜਾਏਗਾ ਕਿ ਇਹ ਦੌੜੀ ਹੈ, ਇਸ ਦੇ ਵਿੱਚ ਜੰਮਿਆ ਹੋਇਆ ਜਾਗ ਲਾਇਆ ਦੁੱਧ ਹੈ ਤੇ ਦੁੱਧ ਦਹੀਂ ਜੰਮਿਆ ਹੈ, ਫਿਰ ਅਸੀਂ ਉਸ ਨੂੰ ਰਿੜਕਾਂਗੇ, ਫਿਰ ਹੀ ਉਸ ਦੇ ਵਿੱਚੋਂ ਮੱਖਣ ਆਏਗਾ। ਇੱਦਾਂ ਭਗਤੀ ਦਾ ਫਲ ਫਿਰ ਹੀ ਲੱਗੇਗਾ ਜਦੋਂ ਅਸੀਂ ਗੁਰ ਦੀ ਮਤ ਲੈ ਕੇ ਚੱਲਾਂਗੇ। ਭਾਂਡੇ ਨੂੰ ਧੋਵਾਂਗੇ, ਭਾਂਡਾ ਧੋਵੋ, ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਫਿਰ ਉਹ ਦੁੱਧ ਪਾਉਂਗੇ, ਫਿਰ ਉਸ ਨੂੰ ਨਿਰਾਸ਼ ਹੋ ਕੇ ਜਮਾ ਦਾਂਗੇ। ਕਿਉਂਕਿ ਜਿਵੇਂ ਆਪਾਂ ਕੋਈ ਵੀ ਜੀਵ, ਬੀਬੀਆਂ ਜਾਗ ਲਾਉਂਦੀਆਂ ਨੇ, ਪਰ ਉਹਨਾਂ ਨੂੰ ਇਹ ਹੁੰਦਾ ਵੀ ਕੱਲ ਨੂੰ ਜੰਮੇਗਾ ਕਿ ਨਹੀਂ ਜੰਮੇਗਾ। ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਨੇ, ਪਰ ਕੋਈ ਤਸੱਲੀ ਨਹੀਂ ਹੁੰਦੀ ਵੀ ਜੰਮੇਗਾ ਹੀ, ਨਹੀਂ ਵੀ ਜੰਮ ਸਕਦਾ। ਇਸ ਕਰਕੇ ਸਵੇਰੇ ਦੇਖਦੀਆਂ ਨੇ, ਜਦੋਂ ਜੰਮ ਗਿਆ ਖੁਸ਼ੀ ਹੁੰਦੀ ਹਾਂ ਕਿ ਹਾਂ ਜਾਗ ਲਾਇਆ ਸੀ, ਦੁੱਧ ਜੰਮ ਗਿਆ। ਸੋ ਇਸੇ ਤਰੀਕੇ ਨਾਲ ਜਦੋਂ ਅਸੀਂ ਗਿਆਨ ਲੈ ਕੇ ਜਮਾਉਂਦੇ ਹਾਂ, ਫਿਰ ਦੁੱਧ ਜੰਮਦਾ ਹੈ, ਦਹੀਂ, ਫਿਰ ਉਸ ਨੂੰ ਰਿੜਕ ਕੇ ਫਿਰ ਮੱਖਣ ਆਉਂਦਾ ਹੈ। ਅੱਗੇ ਪੰਜ ਪਦੇ ਹੈ। ਗੌੜੀ ਕਬੀਰ ਜੀ ਪੰਜ ਪਦੇ, ਪਹਿਲਾਂ ਚੌਪਦੇ ਵਿਚਾਰਦੇ ਸੀ 14, ਹੁਣ ਪੰਜ ਪਦੇ ਨੇ। ਆਓ ਪਹਿਲਾ ਰਹੋ ਪੰਕਤੀ ਨੂੰ ਵਿਚਾਰਦੇ ਹਾਂ। ਅਬ ਕਹੋ ਰਾਮ ਕਵਣ ਗਤ ਮੋਰੀ, ਤਜੀਲੇ ਬਨਾਰਸ ਮਤ ਪਈ ਥੋਰੀ। ਕਹਿੰਦੇ ਬਨਾਰਸ ਛੱਡ ਦਿੱਤੀ ਤੇ ਮਤ ਸਾਡੀ ਥੋੜੀ ਹੋ ਗਈ। ਬਨਾਰਸ ਕੀ, ਜਿੱਥੇ ਨਾਮ ਦਾ ਰਸ ਹੈ। ਕਹਿਣ ਤੋਂ ਭਾਵ ਵੀ ਅਸੀਂ ਨਾਮ ਨੂੰ ਭੁੱਲ ਗਏ, ਆਪਣੇ 10ਵੇਂ ਦੁਆਰ ਨੂੰ ਭੁੱਲ ਗਏ ਤੇ ਸਾਡੀ ਮਤ, ਕਿਉਂਕਿ ਜਦੋਂ ਉਸ ਨੂੰ ਭੁੱਲ ਗਏ ਤੇ ਮਤ ਵੀ ਉੱਥੇ ਦੀ ਸਾਨੂੰ ਨਹੀਂ ਰਹਿਣੀ। ਜਦੋਂ ਅਸੀਂ ਮਾਰਗ ਹੀ ਭੁੱਲ ਗਏ, ਆਪਣੇ ਘਰ ਨੂੰ ਹੀ ਭੁੱਲ ਗਏ, ਉੱਥੇ ਦੀ ਮਤ ਵੀ ਨਹੀਂ। ਇਸ ਕਰਕੇ ਮਤ ਸਾਡੀ ਕਿੱਥੇ ਤੱਕ ਰਹਿ ਗਈ? ਤ੍ਰੈ ਗੁਣਾ ਤੱਕ। ਇਹ ਮਤ ਥੋੜੀ ਹੈ। ਤ੍ਰੈਗੁਣੀ ਮਤ ਦੁਆਰਾ ਅਸੀਂ ਪ੍ਰਭੂ ਨੂੰ ਨਹੀਂ ਪਾ ਸਕਦੇ, ਕਿਉਂਕਿ ਪ੍ਰਭੂ ਨੂੰ ਪਾਉਣ ਦੇ ਵਾਸਤੇ ਸ੍ਰੇਸ਼ਟ ਮਤ ਲੈਣੀ ਪੈਂਦੀ ਹੈ, ਗੁਰ ਦੀ ਮਤ ਲੈਣੀ ਪੈਂਦੀ ਹੈ। ਗਿਆਨ ਸ੍ਰੇਸ਼ਟ, ਉੱਤਮ ਇਸ਼ਨਾਨ, ਤੇ ਉਹ ਗਿਆਨ ਸ੍ਰੇਸ਼ਟ ਹੈ ਜਿਹੜਾ, ਉਹੀ ਸਾਡੇ ਮਨ ਦਾ ਉੱਤਮ ਇਸ਼ਨਾਨ ਹੈ। ਇਸ ਕਰਕੇ ਜਦੋਂ ਅਸੀਂ ਭੁੱਲ ਗਏ, ਕਹਿੰਦੇ ਮਤ ਵੀ ਸਾਡੀ ਥੋੜੀ ਹੋ ਗਈ। ਹੇ ਪ੍ਰਭੂ, ਹੁਣ ਸਾਨੂੰ ਦੱਸੋ ਸਾਡੀ ਕਿਵੇਂ ਗਤ ਹੋਏਗੀ।
ये रहो पंक्तियां ने। आओ शब्द शुरू करते हाँ। ज्यों जल छोड़ बाहर पयो मीना। भी जिवें पानी नूं छड्ड के मच्छी पानी तो बाहर हो जाती है, इदां ही कहते असीं भी पिछले जन्मां दे विच तप तो हीन रहे हाँ। असीं तप नहीं कीता। पूर्व जन्म हों तप का हीना, कि असीं तप नहीं सी कीता, तप तो हीने हाँ। इस करके प्रभु तो विछड़े हाँ। जिवें मच्छी पानी तो बाहर हो जाती ते हुण तड़फदा है, क्योंकि जिस जीव नूं तड़फ किस दे अंदर है, जिस नूं प्रभु दे नाल प्यार है, जो उस नूं मिलना चाहुंदा है। बहुत थोड़े जीव हुंदे ने ऐसे जिन्हां नूं प्रभु दे नाल प्रभु दे दर्शनां दी प्यास हुंदी है, जिन्हां दे अंदर तड़फ हुंदी है। ते इत्थे बाबा कबीर जी समझा रहे ने कि साडे अंदर हुण पता चल गया है कि असीं प्रभु तो विछड़ गए हाँ। मच्छी की तरह हुण तड़फ लग गई है, असीं तप तो हीणे हो गए हाँ। सगल जन्म शिवपुरी गवाया। शिवपुरी, शिवपुरी गुरबाणी दे विच जिथे परमेश्वर वसदा है उस नूं भी कहा है, जिथे सानू विवेक बुद्ध आउंदी है, जिसनूं महाराज समझाउंदे ने। शिव बाबा कबीर जी दी शब्द है, शिव की पुरी पंचम पातशाह दे शब्द है शायद। शिव की पुरी बसै बुद्ध सार, तेह तुम मिल के करो विचार। ईत ऊत की सोजी परै, कौन कर्म मेरा कर कर मरै। ते शिवपुरी शिव जी नूं भी शिव क्या है। त्रै गुणा दे विच ब्रह्मपुरी है, विष्णुपुरी है, शिवपुरी है, इदां ही इंद्रपुरी है। पुरियां जिथे उस स्थान जिथे उन्हां दा वासा है। ते इत्थे सानू समझाउंदे ने कि कुछ जीव ने जेड़े शिवपुरी है, जिथे वैर विरोध नफरत दे विच ही जीव लोभ मोह दे विच फसिया रहिंदा है। पर फिर उत्थों छड्डना पैंदा है जीव। अखीर समय जे छड्ड देवे शिवपुरी नूं छड्ड देवे, शिवपुरी का होएगा काला, क्योंकि शिवपुरी का विनाश हो जाएगा। इस करके मगहर मगहर आगे कहते बहुत वर्ष तप किया काशी। काशी है जिन्हों आप गुर दी काशी कहते हैं। गुर दे ज्ञान द्वारा तप किया। मरन पिया मगहर की बासी। जदों मरन का ज्ञान हो गया, जदों मन आपा खत्म हो गया, फिर कित्थे आ गया मगहर। काशी मगहर सम विचारी। जदों ये ज्ञान हो गया तो फिर पता चलिया कि काशी सारा कुछ साडे शरीर का ही ज्ञान है। जदों ज्ञान हो जाता है फिर उत्थे सानू त्रै गुण माया भी, चौथा पद भी, सारा अमृत ही बन जाता है, सम हो जाते हैं। ओशी भगत कैसे उतरस पारी। हुण समझाउंदे ने भी जब तक जीव भरम दे विच है, ज्ञान नहीं लैंदा, पार नहीं हो सकता। पर जदों वो ज्ञान लेना चाहुंदा है, जिवें रहो पंक्तियां दे विच ही आपां विचारा के आए हाँ कि साडी गत किवें होएगी। अब कहो राम कवन गत मेरी मोरी, तजिले बनारस मत पई थोई।
ਵੀ ਹੁਣ ਸਾਨੂੰ ਦੱਸੋ ਕਿਵੇਂ। ਜਦੋਂ ਫਿਰ ਜੀਵ ਗਿਆਨ ਲੈਂਦਾ ਹੈ, ਫਿਰ ਉਸ ਨੂੰ ਸਾਰਾ ਸਤਨ ਦਾ ਭੇਤ ਆਉਂਦਾ ਹੈ, 10 ਦੁਆਰਾਂ ਦੇ ਸਰੀਰ ਦਾ ਭੇਤ ਆ ਜਾਂਦਾ ਹੈ। ਫਿਰ ਪਤਾ ਚੱਲਦਾ ਹੈ ਕਿ ਪ੍ਰਭੂ ਸਰਬ ਵਿਆਪਕ ਹੈ ਤੇ ਉਸੇ ਦਾ ਹੀ ਸਾਰਾ ਰੂਪ ਹੈ। ਇਸ ਕਰਕੇ ਜੋ ਬਿਖ ਹੈ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ। ਕਾਸ਼ੀ ਤੇ ਮਗਹਰ ਸਮ ਹੋ ਜਾਂਦੇ ਨੇ, ਬਨ ਤੇ ਘਰ ਸਮ ਹੋ ਜਾਂਦੇ ਨੇ, ਸਾਰਾ ਕੁਝ ਸਮ ਹੋ ਜਾਂਦਾ ਹੈ। ਫਿਰ ਹੀ ਜੀਵ ਪਾਰ ਹੁੰਦਾ ਹੈ। ਜਦ ਤੱਕ ਹੋਸ਼ੀ ਭਗਤ ਹੈ ਸਾਡੀ, ਅਸੀਂ ਗਿਆਨ ਨਹੀਂ ਲੈਂਦੇ, ਮਰਨਾ ਨਹੀਂ ਸਿੱਖਦੇ, ਤੇ ਉਨੀ ਦੇਰ ਅਸੀਂ ਪਾਰ ਨਹੀਂ ਹੋ ਸਕਦੇ। ਕਿਉਂਕਿ ਇੱਕ ਸਰੀਰ ਮਰਨਾ ਹੈ, ਇੱਕ ਮਨ ਦਾ ਮਰਨਾ ਹੈ। ਮਨ ਮਰ ਕੇ ਫਿਰ ਉੱਥੇ ਵਾਸਾ ਕਰਦਾ ਹੈ ਜਿੱਥੇ ਫਿਰ ਹਰੀ ਦਾ ਵਾਸਾ ਹੈ। ਕਹੋ ਗੁਰ ਗਾਜ ਸਿਵ ਸਭ ਕੋ ਜਾਣੈ। ਹੁਣ ਸਮਝਾਉਂਦੇ ਨੇ ਜਿਨ੍ਹਾਂ ਜਾਣ ਲਿਆ ਉਸ ਪ੍ਰਭੂ ਨੂੰ, ਕਹਿੰਦੇ ਉਹ ਫਿਰ ਗੁਰ ਦਾ ਗਿਆਨ ਦਿੰਦੇ ਨੇ। ਜਿਹੜਾ ਵੀ ਜੀਵ ਗੁਰ ਦਾ ਗਿਆਨ ਲਏਗਾ ਉਸ ਨੂੰ ਜਾਣ ਲਏਗਾ। ਜਿਹੜਾ ਨਹੀਂ ਲੈਂਦਾ ਉਹ ਪ੍ਰਭੂ ਨੂੰ ਨਹੀਂ ਜਾਣ ਸਕਦਾ, ਉਹਦੀ ਗਤ ਨਹੀਂ ਹੁੰਦੀ। ਪਰ ਜੇ ਗੁਰ ਦਾ ਗਿਆਨ ਲਏਗਾ, ਗੁਰ ਦਾ ਗਿਆਨ ਲੈ ਕੇ ਭਰੋਸਾ ਕਰੇਗਾ, ਫਿਰ ਉਸ ਨੂੰ ਪ੍ਰਭੂ ਦਾ ਮਿਲਾਪ ਹੋਏਗਾ। ਇਸ ਕਰਕੇ ਸਮਝਾਉਂਦੇ ਨੇ ਕਹੋ ਗੁਰ ਗਾਜ ਸ਼ਿਵ ਸਭ ਕੋ ਜਾਣੈ। ਵੀ ਹੁਣ ਗੁਰ ਦਾ ਗਿਆਨ ਦਿਓ ਤਾਂ ਕਿ ਸਾਰੇ ਹੀ ਉਸ ਸ਼ਿਵ ਨੂੰ, ਸ਼ਿਵ ਪ੍ਰਭੂ ਨੂੰ ਜਾਣ ਲੈਣ। ਮੂਆ ਕਬੀਰ ਰਾਮਤ ਸ੍ਰੀ ਰਾਮ ਹੈ। ਕਿਉਂਕਿ ਬਾਬਾ ਕਬੀਰ ਸਮਝਾਉਂਦੇ ਨੇ ਕਿ ਮੈਂ ਤਾਂ ਮਰ ਗਿਆ, ਮੇਰਾ ਤਾਂ ਆਪਾ ਖਤਮ ਹੋ ਗਿਆ, ਮੈਂ ਤਾਂ ਹੁਣ ਰਾਮ ਨੂੰ ਰਮ ਰਿਹਾ ਹਾਂ, ਉਸ ਦੇ ਵਿੱਚ ਰਮ ਗਿਆ ਹਾਂ, ਤੇ ਹੁਣ ਮੈਂ ਦੂਜੇ ਜੀਵਾਂ ਨੂੰ ਗਿਆਨ ਦਿੰਦਾ ਹਾਂ ਗੁਰ ਦਾ, ਤਾਂ ਕਿ ਸਾਰੇ ਉਸ ਨੂੰ ਜਾਣ ਲੈਣ। ਕਿਉਂਕਿ ਜਦ ਤੱਕ ਗਿਆਨ ਨਹੀਂ ਲੈਂਦਾ ਦਿੰਦੇ, ਗਿਆਨ ਆਏਗਾ ਨਹੀਂ। ਜੇ ਮੇਰੇ ਕੋਲ ਗਿਆਨ ਹੈ, ਜੇ ਮੈਂ ਅੱਗੇ ਦੱਸਦਾ ਨਹੀਂ, ਕਿਸੇ ਕੋਲ ਨਹੀਂ ਪਹੁੰਚੇਗਾ। ਇਹ ਠੀਕ ਹੈ ਕਿ ਇੱਕ ਸੰਸਾਰ ਦਾ ਗਿਆਨ ਹੈ, ਸੰਸਾਰ ਦੇ ਵਿੱਚ ਬਹੁਤ ਸਾਰਾ ਗਿਆਨ ਹੈ, ਬਹੁਤ ਸਾਰੀ ਤਕਨੀਕ ਹੈ, ਬਹੁਤ ਸਾਰੀ ਖੋਜ ਹੈ, ਕੋਈ ਜੀਵ ਕਰਦਾ ਹੈ, ਲੇਕਿਨ ਉਹ ਮਾਇਆ ਦੀ ਖੋਜ ਕਰਦਾ ਤੇ ਮਾਇਆ ਵਾਸਤੇ ਹੀ ਕਰਦਾ ਹੈ। ਲੇਕਿਨ ਜਿਹੜਾ ਇਹ ਮਾਰਗ ਹੈ ਪ੍ਰਭੂ ਮਿਲਾਪ ਦਾ, ਇੱਥੇ ਕੋਈ ਲਾਲਚ ਦੇ ਵਿੱਚ ਨਹੀਂ ਜੀਵ ਕਰਦਾ। ਇੱਥੇ ਜਿਨ੍ਹਾਂ ਨੂੰ ਪ੍ਰਭੂ ਦਾ ਗਿਆਨ ਹੋ ਜਾਂਦਾ ਹੈ ਉਹ ਫਿਰ ਚੌ ਦੇ ਵਿੱਚ ਜੀਵਨ ਦੱਸਦੇ ਨੇ ਦੂਜਿਆਂ ਨੂੰ। ਜਦੋਂ ਪ੍ਰਭੂ ਦਾ ਗਿਆਨ ਹੋ ਜਾਂਦਾ ਹੈ, ਮਨ ਚੌ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਫਿਰ ਸਖੀਆਂ ਨਾਲ ਮਿਲ ਕੇ ਆਪਾਂ ਸਾਰੇ ਸਖੀ ਹਾਂ, ਪ੍ਰਭੂ ਦੇ ਮੰਗਲ ਗਾਉਂਦੇ ਹਾਂ। ਇਸ ਕਰਕੇ ਜਿਹੜੇ ਜੀਵ ਆਪਾ ਖਤਮ ਕਰ ਲੈਂਦੇ ਨੇ, ਮਨ ਮਰ ਜਾਂਦਾ ਹੈ, ਜੀਵਤ ਮਰਨਾ, ਪ੍ਰਕਾਸ਼ ਹੋ ਜਾਣਾ, ਪ੍ਰਕਾਸ਼ ਪ੍ਰਕਾਸ਼ ਸਮਾ ਜਾਂਦਾ ਹੈ, ਰਮ ਜਾਂਦਾ ਹੈ, ਪ੍ਰਭੂ ਰਮਿਆ ਨਜ਼ਰ ਆਉਂਦਾ ਹੈ ਸਾਰੇ ਪਾਸੇ, ਰਾਮ ਹਰੀ। ਤੇ ਫਿਰ ਉਹ ਜੀਵ ਗੁਰ ਦਾ ਗਿਆਨ ਦਿੰਦਾ ਹੈ। ਕਿਸ ਵਾਸਤੇ? ਕਿਸੇ ਮਾਇਆ ਵਾਸਤੇ ਨਹੀਂ, ਕਿ ਸਾਰੇ ਜੀਵ ਹੀ ਪ੍ਰਭੂ ਨੂੰ ਜਾਣ ਲੈਣ। ਸਾਰੇ ਜੀਵ ਹੀ ਸ਼ਿਵ ਪਰਮੇਸ਼ਰ ਨੂੰ ਕਿਹਾ ਹੈ ਕਿ ਸਾਰੇ ਜੀਵ ਪਰਮੇਸ਼ਰ ਨੂੰ ਜਾਣ ਲੈਣ। ਇਸ ਕਰਕੇ ਗੁਰ ਦਾ ਗਿਆਨ ਦਿੰਦੇ ਨੇ। ਗੌੜੀ ਅਗਲਾ ਸ਼ਬਦ ਹੈ, ਗੌੜੀ ਕਬੀਰ ਜੀ, ਇਹ ਪੰਚਪਦੇ ਸ਼ੁਰੂ ਹੋਏ ਨੇ। ਰਹੋ ਪੰਕਤੀਆਂ ਨੇ, ਇਸ ਤਨ ਧਨ ਕੀ ਕਬਨ ਬੜਾਈ, ਤਰਨ ਪਰੈ ਔਰ ਵਾਰ ਨਾ ਜਾਈ। ਹੁਣ ਕੋਈ ਜੀਵ ਤਨ ਦੇ ਵਾਸਤੇ ਤੇ ਧਨ ਵਾਸਤੇ ਕਰਦੇ ਨੇ। ਕੋਈ ਜੀਵ ਭਗਤੀ ਕਰਦੇ ਨੇ ਚੌ ਦੇ ਵਿੱਚ, ਜੀਵਤ ਮਰ ਕੇ ਪ੍ਰਭੂ ਦੇ ਗਿਆਨ ਦਿੰਦੇ ਨੇ। ਜਿਹੜੇ ਜੀਵ ਆ ਕੇ ਪੁੱਛਦੇ ਨੇ ਉਹਨਾਂ ਨੂੰ ਦੱਸਦੇ ਨੇ, ਗੁਰ ਦਾ ਗਿਆਨ ਦਿੰਦੇ ਨੇ। ਜਿਹੜੇ ਪੁੱਛਦੇ ਨੇ ਕਿ ਕਿਵੇਂ ਸਾਡੀ ਗਤ ਹੋਏਗੀ। ਤੇ ਇੱਕ ਪਾਸੇ ਮਾਇਆ ਦੇ ਵਾਸਤੇ ਜੀਵ ਕਰਦਾ ਹੈ। ਹੁਣ ਇੱਥੇ ਸਮਝਾਉਂਦੇ ਨੇ ਕਿ ਇਹ ਤਨ ਸਾਡਾ ਜਿਹੜਾ ਹੈ, ਤੇ ਇਹ ਸੰਸਾਰਿਕ ਤਨ, ਕਿਹੜੀ ਇਸ ਦੀ ਵਡਾਈ ਹੈ?
ਇਹ ਅਖੀਰ ਧਰਤੀ ਤੇ ਰਹਿ ਜਾਣਾ ਹੈ, ਸਾਡੇ ਨਾਲ ਨਹੀਂ ਜਾਣਾ। ਧਰਨ ਪਰੈ ਔਰ ਵਾਰ ਨਾ ਜਾਈ, ਉਸ ਪਾਸੇ ਨਹੀਂ ਜਾਣਾ, ਸਾਡੇ ਨਾਲ ਅੱਗੇ ਨਹੀਂ ਜਾਣਾ। ਸਿਰਫ ਤਨ ਤੱਕ, ਧਰਤੀ ਤੱਕ ਸੀਮਤ ਹੈ, ਇੱਥੇ ਰਹਿ ਜਾਂਦਾ ਹੈ। ਜਦੋਂ ਮਨ ਇਸ ਤਨ ਨੂੰ ਛੱਡ ਜਾਂਦਾ ਹੈ, ਕੁਛ ਵੀ ਇੱਥੇ ਦਾ ਲੈ ਕੇ ਨਹੀਂ ਜਾਂਦਾ। ਆਪਾਂ ਦੇਖਦੇ ਹਾਂ, ਉਦੋਂ ਹੀ ਸਾਨੂੰ ਇਹ ਪਤਾ ਵੀ ਚੱਲਦਾ ਹੈ ਕਿ ਜਿਸ ਨੂੰ ਅਸੀਂ ਸਮਝਦੇ ਰਹੇ ਕਿ ਫਲਾਣਾ ਸਿੰਘ ਸਰੀਰ ਕਰਕੇ ਸਮਝਦੇ ਰਹੇ, ਉਦੋਂ ਸਾਨੂੰ ਪਤਾ ਚੱਲਦਾ ਵੀ ਇਹ ਸਰੀਰ ਉਹ ਸਰੀਰ ਨਹੀਂ ਸੀ। ਸਰੀਰ ਤਾਂ ਪੰਜ ਭੌਤਿਕ, ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਜਿਹਦੇ ਵਿੱਚੋਂ ਇੱਕ ਤੱਤ ਨਿਕਲ ਗਿਆ ਤੇ ਸਰੀਰ ਮਿੱਟੀ ਹੋ ਗਿਆ। ਜੋਤ ਨਿਕਲੀ, ਫਿਰ ਦੂਜਾ ਤੱਤ ਪੌਣ ਨਿਕਲ ਗਿਆ, ਪੌਣ ਦੇ ਵਿੱਚ ਪਾਣੀ, ਅਗਨ, ਇਸ ਕਰਕੇ ਫਿਰ ਕੀ ਰਹਿ ਗਈ? ਮਿੱਟੀ। ਪੰਜ ਤੱਤ ਨੇ, ਆਕਾਸ਼ ਤੱਤ, ਪੌਣ ਤੱਤ, ਪਾਣੀ ਤੱਤ, ਅਗਨ ਤੱਤ ਤੇ ਮਿੱਟੀ। ਇਸ ਕਰਕੇ ਅਖੀਰ ਕੀ ਰਹਿ ਗਿਆ? ਮਿੱਟੀ। ਕੁਛ ਵੀ ਨਾਲ ਨਹੀਂ ਗਿਆ, ਸੰਸਾਰਿਕ ਧਨ ਨਾਲ ਨਹੀਂ ਗਿਆ, ਤੇ ਫਿਰ ਪਤਾ ਚੱਲਦਾ ਕਿ ਉਹ ਛੱਡ ਕੇ ਚਲੇ ਗਿਆ, ਉਹ ਫਲਾਣਾ ਸਿੰਘ ਸੀ। ਜਦੋਂ ਆਪਾਂ ਦੇਖਦੇ ਹਾਂ ਅੰਤਮ ਸਮੇਂ ਜੀਵ ਅਰਦਾਸ ਕਰਦੇ ਨੇ ਕਿ ਫਲਾਣਾ ਸਿੰਘ ਆਪਣੇ ਆਜੂ ਨੂੰ, ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਾ ਹੋਇਆ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਪ੍ਰਭੂ ਦੇ ਚਰਨਾਂ ਵਿੱਚ ਜਾ ਨਿਵਾਜਿਆ ਹੈ, ਜਾਂ ਉੱਥੇ ਬੇਨਤੀ ਕਰਦੇ ਹਾਂ ਆਪ ਜੀ ਦੇ ਚਰਨਾਂ ਵਿੱਚ ਜਾ ਨਿਵਾਜਿਆ ਹੈ। ਕੌਣ ਸੀ? ਕਿਸੇ ਨੇ ਦੇਖਿਆ ਨਹੀਂ, ਜਾਣਿਆ ਨਹੀਂ ਹੈ। ਉਸੇ ਨੂੰ ਜਾਣਨਾ ਹੈ, ਉਹੀ ਸੱਚ ਹੈ, ਉਹ ਜੋ ਮਰਦਾ ਨਹੀਂ, ਜੰਮਦਾ ਨਹੀਂ, ਜਿਸ ਨੂੰ ਜੂਨਾਂ ਦੇ ਵਿੱਚ ਭੇਜਿਆ ਜਾਂਦਾ ਹੈ। ਹੋਰ ਸ਼ਬਦ ਨੂੰ ਵਿਚਾਰਦੇ ਹਾਂ ਕਿ ਜੀਵ ਕਿਵੇਂ ਇਸ ਸੰਸਾਰ 'ਚ ਵਿਚਰਦਾ ਹੈ ਪ੍ਰਭੂ ਤੋਂ ਵਿਛੜ ਕੇ। ਚੋਆ ਚੰਦਨ ਮਰਦਨ ਅੰਗਾ, ਇਸ ਸਰੀਰ ਨੂੰ, ਅੰਗਾਂ ਨੂੰ ਸੋਹਣੇ ਕੱਪੜੇ ਪਹਿਨਦਾ ਹੈ, ਇਸ ਨੂੰ ਸੁਗੰਧੀਆਂ ਲਾਉਂਦਾ ਹੈ, ਚੰਦਨ ਲਾਉਂਦਾ ਹੈ, ਭਾਵ ਆਪਣੇ ਸਰੀਰ ਨੂੰ ਸਵਾਰਦਾ ਹੈ, ਵਧੀਆ ਚੀਜ਼ਾਂ ਦਾ ਵਰਤੋਂ ਕਰਦਾ ਹੈ, ਚੰਗੀਆਂ ਸੁਗੰਧੀਆਂ ਲਾਉਂਦਾ ਹੈ। ਪਰ ਇਹੀ ਜਿਹੜਾ ਸਰੀਰ ਨੂੰ ਆਪਾਂ ਇੰਨਾ ਸੰਭਾਲਦੇ ਹਾਂ, ਸੋ ਤਨ ਜਲੈ ਕਾਠ ਕੈ ਸੰਗਾ, ਕਹਿੰਦੇ ਉਹੀ ਤਨ ਜਿਸ ਨੂੰ ਇੰਨਾ ਸਵਾਰਦੇ ਹਾਂ, ਸੁਗੰਧੀਆਂ ਲਾਉਂਦੇ ਹਾਂ, ਅਖੀਰ ਉਸ ਤਨ ਨੇ, ਕਿਉਂਕਿ ਜੋਤ ਨੇ ਤਾਂ ਚਲੇ ਜਾਣਾ ਅਖੀਰ ਤੇ, ਫਿਰ ਸਾਨੂੰ ਪਤਾ ਚੱਲਦਾ ਵੀ ਇਹ ਤਾਂ ਹੁਣ ਮਿੱਟੀ ਹੈ, ਇਸ ਤਾਂ ਮਿੱਟੀ ਨੂੰ ਕਿਓਟਣਾ ਹੈ, ਮਿੱਟੀ ਦੀ ਇਸ ਕਿਰਿਆ ਨੂੰ ਪੂਰਾ ਕਰਨਾ ਹੈ। ਫਿਰ ਪਤਾ ਚੱਲਦਾ ਹੈ ਕਿ ਇਸ ਚੰਨ ਨੂੰ ਜਿਹਨੂੰ ਇੰਨਾ ਸੰਭਾਲਦੇ ਰਹੇ, ਹੁਣ ਲੱਕੜਾਂ 'ਤੇ ਰੱਖ ਕੇ ਇਸ ਨੂੰ ਜਾਲ ਦਿੱਤਾ ਹੈ। ਕਿਹੜੀ ਇਸ ਦੀ ਵਡਿਆਈ ਹੈ? ਇੱਕ ਛਿਣ ਦੇ ਵਿੱਚ ਹੀ ਜਦੋਂ ਜੀਵ ਦੇ ਅੰਦਰੋਂ ਜੋਤ ਨਿਕਲ ਜਾਂਦੀ ਹੈ, ਉਦੋਂ ਹੀ ਸਾਰਿਆਂ ਤੋਂ ਪਰਾਏ ਹੋ ਜਾਂਦਾ ਹੈ। ਉਦੋਂ ਹੀ ਕਹਿੰਦੇ ਨੇ ਕਿ ਚਲੋ ਜਲਦੀ ਕਰੀਏ, ਸੰਸਕਾਰ ਕਰੀਏ। ਰਾਤ ਜੇ ਸੋਵੈ ਦਿਨ ਕਰੈ ਕੰਮ, ਰਾਤਾਂ ਨੂੰ ਸੌਂਦਾ ਹੈ, ਦਿਨ 'ਚ ਕਰਮ ਕਰਦਾ ਹੈ ਜੀਵ। ਇੱਕ ਖਿਨ ਲੇਹ ਨਾ ਹਰ ਕੋ ਨਾਮ, ਪਰ ਇੱਕ ਖਿਨ ਵੀ ਪ੍ਰਭੂ ਦਾ ਨਾਮ ਨਹੀਂ ਲੈਂਦਾ, ਗੁਰ ਦਾ ਗਿਆਨ ਨਹੀਂ ਲੈਂਦਾ। ਰਾਤ ਨੂੰ ਸੌ ਜਾਂਦਾ, ਦਿਨ 'ਚ ਸਾਰਾ ਦਿਨ ਕਰਮ ਕਰਦਾ ਹੈ, ਪਰ ਹਰੀ ਦੇ ਨਾਮ ਦਾ ਭੇਤ ਨਹੀਂ ਲੈਂਦਾ, ਹਰੀ ਦੇ ਨਾਮ ਨੂੰ ਸਮਝਦਾ ਨਹੀਂ, ਕਿਵੇਂ ਉਸ ਨੂੰ ਬੁੱਝਣਾ ਹੈ ਇਹ ਗਿਆਨ ਨਹੀਂ ਲੈਂਦਾ, ਗੁਰ ਦੀ ਮੱਤ ਨਹੀਂ ਲੈਂਦਾ। ਹਾਥ ਤਾਂ ਡੋਰ ਮੁਖ ਖਾਇਓ, ਖਾਇਓ ਤਾਂ ਭੋਰ, ਮਰਤੀ ਬਾਰ ਕਸ ਬਾਧਿਓ ਚੋਰ। ਹੁਣ ਹੱਥ ਡੋਰ ਕਿਸ ਦੇ ਹੈ? ਉਸ ਪ੍ਰਭੂ ਦੇ, ਸਾਡੀ। ਤੇ ਖਾਂਦਾ ਹੈ ਵਧੀਆ ਵਧੀਆ ਭੋਜਨ ਖਾਂਦਾ ਹੈ,
पर जदों वो डोर खिच लैंदा है ते इत्थे दे रस सारे रह जांदे ने ते मन नूं किवें बन के ले जांदे जम चोरां दी तरह। क्योंकि क्या आपां खाना नहीं हुंदा, आपां खाना भी है सारा कुछ, आपां पहनना भी है, आपां भोजन भी खाना, आपां संसारिक सुख सहूलतां नूं भी मानना है, लेकिन असीं उस नूं जानना भी है जिसने ये सारा कुछ सानूं दिता है। उसका शुकराना भी करना है, उसका भगती भी करनी, उसदे नाल प्रेम भी करना है। फिर साडा खादा पहनिया सारा कुछ परवाना है। पर जेकर असीं उस प्रभु तो विछड़ के इस रस भोगदे हाँ, फिर सानू क्योंकि उन्होंने जानिया नहीं, इस करके असीं चोर हाँ, चोरी खा रहे, मालिक नूं पुछ के नहीं खा रहे, उसनूं देखिया नहीं, उसका शुकराना नहीं करिया, उसनूं बुझिया नहीं। फिर साडी अवस्था क्यों जी है? चोरां दी, क्योंकि नाम तो बिना चोर हाँ। महाराज समझाउंदे ने, बिन संगति सब ऐसे रहे जैसे पस टोर। भी बिना संगत तो, सच्ची संगत तो बिना जीव किमें विचरदे ने, जिमें पशु ने, गवार, ढोर ने, मुरदार ने, इदा जीवन है लोकां दा सच्ची संगत तो बिना। जिन कीता तिसे न जाने, जिन्हें सानू पैदा किया, जो पालनहार है, जो जीवालनहार है, उसनू जानिया नहीं। बिन नावै सब चोर। इस करके नाम तो बिना सब चोर ने, ते अंत समय फिर उन्होंने जम चोरां की तरह पकड़ के ले जाते हैं। गुरमत रस रस हर गुण गावे, राम है राम रमत सुख पावे। ते दूजे पासे वो जीव ने जिन्हां ने राम नू रम लिया है, जिहड़े राम दे विच रम गए ने, उसदे फिर सुख प्राप्त कर लिया है। वो फिर गुर दी मत दा ज्ञान देंदे ने, वो गुण गाउंदे ने प्रभु दे, जिन्हां द्वारा आपां प्रभु नूं मिल सकते हैं। पाप गुर दी मत दा ज्ञान देंदे ने। गुरमत रस रस हर गुण गावे। उस प्रभु च समा के रम के फिर उसका गुर दा ज्ञान देंदे ने। ओही हरि दे गुण ने। किरपा करके नाम दृढ़ाई। फिर उस नाम नूं पहला ज्ञान देंदे ने, फिर दृढ़ करवाउंदे ने, बार बार उसनूं दृढ़ करवाउंदे ने। हर 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 बास सुगंध वसाई। ते जदों बार बार दृढ़ करते हाँ, फिर हरि मन दे विच वस जाता है। फिर मन नूं ये जिहड़ियां तन दियां सुगंधियां नूं छड्ड के फिर नाम दियां सुगंधियां दे विच मन उसनूं भोगदा है। उस रस नूं भोगदा है जिहड़ा मन दा रस है। पहला जीव तन दे रसां तक सीमित है। कहे तो कबीर चेत रे अंधा। हुण बाबा कबीर समझाउंदे ने कि उस प्रभु नूं चेत, अंधे मनुख हो उसनूं चेतो, चेत उसनूं चेतना करो, क्योंकि उस तो बिना साडा जीवन व्यर्थ है। सतराम झूठा सब धंधा। कैसे सच है तो वो परमेश्वर ही है, उसका नाम ही है। उस तो बिना सारे धंधे ने झूठे ने। इस करके प्रभु नूं चेतना है, चित बना है, मन दे विच ध्याना है। ते फिर ही पर ध्याना किवें है? गुर दी मत लैके नाम नूं दृढ़ करवाना है। इदां फिर जिन्हां ने जान लिया वो राम उस दे गुण गाउंदे ने ते उस नूं बार बार दृढ़ करवाउंदे ने कि किवें अपने मन दे विच वसना है, किवें असी चेतना है। चेतना है तो चेत लै, निस दिन मैं प्राणी।
छिन छिन औद ब्याहत है, फूटै घट ज्यों पानी। कहते जिवें घड़े दे विच गली होवे, फुटिया होवे, पानी दा भरिया, एक दिन उन्हें खाली हो जाना, क्योंकि चो रहा है पानी। इदां ही अपना सवासां रूपी घड़ा जिहड़ा भरिया है पर फुटिया होया है। 24,000 सवास रोज निकल जाते ने, ते पता नहीं किहड़ा आखिरी सवास होएगा। जिवें घड़े च पता नहीं किहड़ा आखिरी तुपका होएगा, खाली हो जाएगा। इदां ही समझाउंदे ने कि आपां उस प्रभु नूं चेतना है, क्योंकि प्रभु दे नाम तो बिना सब कुछ झूठ है। जे सच है तो परमेश्वर दा नाम है, परमेश्वर है। आओ फिर अगे गौड़ी कबीर जी ते पदे 4 तुके, जिमें 4 पदे 5 पदे, इत्थे ते पदे ने। 4 तुकां, 4 जिथे अगे 2 पंक्तियां तो बाद अगे लिखिया होंदा है 1 2 2 पंक्तियां तो, इत्थे 4 तो बाद 4 पंक्तियां पढ़न तो बाद आपां एक पौड़ी भी कह देंगे, समझ लो एक पौड़ी पढ़ते हैं। इस करके इसनूं 4 तुके कह देता है। 2 तुके होंदे ने, ये 4 तुके ने। आओ शुरू करते हैं। पहला रहो पंक्तियां विचार लईए। अब मोहे सर्ब कुशल कर मानिया, शांत पई जब गोबिंद जानिया। मन शांत हो गया, कहते गोबिंद नूं जान लिया, हुण मैं मेरे वास्ते सब कुछ सर्ब कुशल हो गया है, क्योंकि मैं जान लिया है प्रभु नूं। हुण मैनू कोई भय नहीं, कोई डर नहीं है, कोई मैनू दुख नहीं है, कोई मैनू चिंता नहीं है। पर खोया कदों? जदों उस प्रभु नूं जान लिया है। शांत भई जब गोबिंद जानिया, ते गोबिंद नूं जान लिया, सब कुछ मंगल कुशल हो गया है। मन वास्ते आनंद ही आनंद है। किमें होया, क्या अवस्था है, अगे आपां विचारदे हां। जम ते उल्ट पए हैं राम। पहला जम सी, जमां दा डर सी। हुण की हो गया? जमां तो खैर ही छुट गया, क्योंकि राम दे नाल मिलाप हो गया। जान लिया प्रभु नूं, रस्ता उल्ट गया। किथे जमां दे बस सी, जम मार्ग ते चलदे सी, किथे गोबिंद मार्ग ते चल पए। दुख बिन से सुख क्यों विश्राम। इस करके दुख बिनस गए, मन दे दुख खत्म हो गए, विछोड़े दा दुख खत्म हो गया, भुख खत्म हो गई। एक विछोड़ा, एक दुख भूख, एक दुख सख्त वार जम दूत, ये दुख बिनस गए। सुख क्यों विश्राम, ते मन दे विच सुखां दा विश्राम हो गया। बैरी उल्ट पए है मीता। ये जिहड़े 5 बैरी सी, काम क्रोध लोभ मोह हंकार, ये हुण मेरे मित्र बन गए ने। पहला ये मैनू वरतदे सी, हुण मैं ये मेरे कहे चलदे। पहला ये चलाउंदे सी आपां मन नूं अपनी मर्जी द्वारा, हुण उल्ट जिवें मन कहंदा उवें चलदे ने। साकत उल्ट सुजन पए चीता। जिहड़े साकत सी हुण उल्ट हो गए, वो भी सियाणे बन गए, सूजन बन गए, क्योंकि उन्हां नूं भी ते चित्त दे विच प्रभु दा वासा हो गया है। इस करके साकत तो सुजन, इन सुरजन भी कह दीए, सुजान भी कह दीए। तन में होती कोट उपाद। पहला उपाद सी, तन दे विच बहुत सारां दे संशय परम सी विचारां सी। उल्ट पई सुख सहज समाध, क्योंकि पहला तन दे विच मन वसदा सी। हुण की हो गया? मन तन नूं छड्ड के सहज दे विच वासा हो गया, सहज समाध लग गई मन दी। पहला त्रै गुणां दे नाल जुड़िया सी, हुण चौथे पद भी जुड़ गया।
आप पछाना आपे आप, आपे दी पहचान हो गई। फिर देखा सारे पासे प्रभु का ही वासा है, क्योंकि जदों मन प्रकाश हो गया तो फिर देखते हैं कि आपां ते प्रभु एक रूप हो जाते हैं। फिर सारे पासे आप ही आप, अपना ही रूप नजर आता है। अपना रूप केड़ा है? प्रकाश रूप। ते प्रभु सारे पासे प्रकाश रूप है। रोग ना व्यापै तीनों ताप, जिहड़ा त्रै गुणां दा रोग लग्या सी, ताप लग्या सी, ये खत्म हो गया। अब मन उल्ट सनातन हुआ। हुण मन की हो गया? सनातन। क्योंकि आपां जदों सतयुग दे विच प्रभु ने सृष्टि साजी है, उदों असी सनातन सी। उदों मन दा ज्ञान सी, मन प्रकाश सी, सनातन रूप सी। ते फिर मन नूं हउमे भरम दे विच पै गया, कर्म कांड विच पै गया। इस करके ये उस अवस्था तो विछड़ गया, इसनूं मैल लगनी शुरू हो गई। ते इन्ना मैला हो गया कि इसकी अवस्था केड़ी हो गई? पशुओं प्रेतां तो भी पैड़ा हो गया। पर हुण फिर जदों गुर दा ज्ञान लैके जीवित मरना सीख लिया, अब मन उल्ट सनातन हुआ, तब जानिया जब जीवित मुआ। पर सनातन मन कदों होया, कदों जानिया? जद जीवित मर गए। शरीर जीवित है, मन प्रकाश रूप हो गया, मन उल्ट सनातन हो गया। क्योंकि सनातन जिहड़ा धर्म है सतयुग दा है। कहो कबीर सुख सहज समावो। हुण बाबा की भी समझाउंदे ने कि सुख कित्थे है? सहज दे विच जाके समाउणा। ते आप जाके सहज विच समाओ, सुख नूं माणो, ते नाल होर की करो? आप ना डरो ना अवर डरावो। ना आप डरो ते ना दूजिਆਂ ਨੂੰ डराओ। ना किसे नूं पै देवो ते ना किसे दा पै सवो। पै काहूं को देत न पै मानत अन। वही शब्द है, ना आप डरो ना दूजे नूं डरावो। ते सहज दे विच समाओ, ते उत्थे फिर कोई भी सानू रोग नहीं लगेगा। आपे दी पहचान हो जाएगी, मन सनातन रूप हो जाएगा। ते सारे जिहड़े मन दियां उपाधियां व्याधियां खत्म तन तक दे विच ने, वो मन उन्हां तो मुक्त हो जाएगा। सारा खेड़ ही उल्ट हो जाएगा। सारे जिहड़े दुश्मन मित्र बन जाणगे। जमा तो छड्ड के गोबिंद मार्ग ते चल पवांगे। सारा खेड़ ही उल्ट हो जाता है जदों गुर दा ज्ञान लैके जीव चलते ने, जदों गोबिंद नूं जान लैंदे ने। अब मोहे सर्ब कुशल कर मान्या, शांत पई जब गोबिंद जानिया। इस करके फिर सनातन, सनातन प्योर, जिन्हों ओरिजिनल आपां कह दीए, खालस, वो सनातन है। सौ प्यारिओ आपां भी नाल नाल अभ्यास करके अपने मन नूं प्रकाश रूप करिए, जिथे साडा मन खालस रूप हो जाता है, जिसनों आपां खालसा कह देंदे हाँ, वो सनातन है। सो आओ किवें आपां जानना है? आपां सब तो पहला अपने नेत्रां नूं सम करना है। मार्ग किहड़ा है? मन नेत्रां दे विच है। ते साडा असीं बाहरी कर्म कांड छड्ड के असीं 10वें द्वार दे विच नाम नूं विड़कना है, अमृत नूं पीना है। 10वें द्वार दे विच प्रवेश करना है, जिथे साडा भोजन है, जिथे साडा कपड़ा है। सो दोनों नेत्रां नूं इस पॉइंट ते आपां
दृष्टि फोकस करनी है। इत्थों जिहड़ा अगे 10वां द्वार शुरू हो जाता है, इत्थों पिछे 9 द्वारां दा शरीर है। पर इस घर दे विच एक दृष्ट होके जाया जाता है। हुण आपां अपने आप नूं पहचानना है, समझना है। पहला आपे दी पहचान करनी है कि साडी की अवस्था है, साडा रूप सानूं किहो जिहा नज़र आउंदा है। जदों आपां दृष्टि नूं इस पॉइंट ते आपां फोकस करते हाँ, इत्थे आपां ये देखना हुंदा है कि सानूं अपना नक नज़र आउंदा है जां नहीं। जेकर नक नज़र नहीं आउंदा फिर असी एक दृष्ट हाँ, जिथे साडा मन देवता है। पर जीव परम दे विच बहुत सारे जीव ने जिहड़े एक दृष्ट ने, पर उन्हां नूं ये ज्ञान नहीं है कि असी एक दृष्ट हाँ कि नहीं हाँ। बहुत जीव ने, पर है परम दे विच वो भी। ते जे सानूं नक नज़र आउंदा है फिर साडा मन दो दृष्टि दे विच है। उत्थे फिर आपां ये देखना हुंदा है भी किस पासे साडा ध्यान है, सज्जे है खब्बे है। सज्जे पासों नक दिसेगा तो सारा ध्यान सज्जे है, जे खब्बे पासों नक दिसदा है सारा ध्यान साडा खब्बे पासे है। जे दवल्यों नज़र आउंदा है फिर साडा ध्यान सेंटर दे विच है, विचाले है। इस पासे तमोगुण है, इस पासे रजोगुण है, ते विचाले सतोगुण है। ये आपां अपने आप नूं परखना है। इसनूं महाराज समझाउंदे ने, कवन मुख चंद हिवे कर छाया, कवन मुख सूरज तपे तपाया, कवन मुख काल जोत नित रहै, कवन बुद्ध गुरमुख पत रहै, कवन जोत जो काल संगारै, बोलै बाणी नानक विचारै। भी किवें असी काल नूं संगारना है, किहदे मुख ते सूरज तपदा है, जिसदा ध्यान इस पासे है उसदे मुख ते सूरज तपदा है, ते दूजे पासे चंद्रमा है, ठंडा है। इधर चिंतावां ने, इधर वैर विरोध नफरत है। ये अवस्था आपां देखनी हुंदी है। फिर आपां इत्थों ध्यान लगाउणा है। जिवें महाराज कहंदे ने, शब्द भागत सस जोत अपारा, सस कर सूर वसै मिटे अंधेरा। फिर शब्द भाखदा कौन है? गुरमुख। तो उसनूं आपां उवें ध्यान लगाउणा है। उहदे नाल की होएगा कि साडा इस नेत्र इहदे समा जाएगा। शब्द भाखत सस जोत अपारा, ये सस चंद्रमा की जोत अपार हो जाएगी। क्यों हो जाएगी? क्योंकि सस घर सूर बसे, इसने इस घर च आ जाना। सूरज ने चंद्रमा दे विच आके बस जाना है। मिटे अंधेरा, अज्ञानता अंधेरा दूर हो जाना है। दुख सुख समकर नाम आधारा। पर इत्थे एक है कि इस नूं असी आधार बनाउणा है, पर दुख ते सुख नूं सम करके चलना है। ये नहीं भी जी दुख आ गया असी छड्ड दईए, जां दुख दे विच असी करदे हां सुख आ गया फिर छड्ड दईए। चाहे दुख आवे सुख आवे, आपां नाम नूं आधार बनाउणा है। दुख सुख सम कर नाम आधारा, नानक आप मिला बनहारा। फिर आ मिला लैंदा है सानू। सो आओ अपने आप नूं परखो, ध्यान ला के दृष्टि इत्थे फोकस करके अपने आप नूं देखो। जिहड़े अगे रोज ते आउंदे ने अपने प्रकाश रूप नूं देखो कि किते सानू मैल तां नहीं लगी। ते फिर आवाज़ देवांगे कि ध्यान सामने लैके आओ। फिर आपां सामने देखना है। ते जदों कवांगा मस्तक दे सामने, फिर पलकां उत्ते चुकणियां ने। फिर जदों कवांगा सामने, फिर वापस सामने। जदों कवांगा दृष्टि फोकस करके देखो, फिर इस पॉइंट ते अपने आप नूं देखना। सो आओ आपे दी पहचान करो, अपने आप नूं देखण दी कोशिश करो। सामने लेके आइए ध्यान, सामने देखो।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ। फिर सामने लेके आइए। फिर दृष्टि फोकस करके फिर नक ते ध्यान लगा के अपने आप नूं देखिए, अपने प्रकाश रूप नूं देखिए। जेकर कोई नवा जीव जिसनूं नक नज़र आउंदा सी, उसने देखना है कि हुण सानूं नक नज़र आउणों हट गया, क्योंकि जदों असीं एक दृष्ट हो जाते हाँ, सानूं अपना नक नहीं दिसेगा। इत्थे दृष्टि फोकस करदे नाल नक नज़र नहीं आएगा। तो इस पॉइंट ते कुछ भी आ जाए, जे आप हथ लावांगे ये भी प्रकाश हो जाएगा। कोई चीज़ भी इस पॉइंट ते आप लेके आवांगे, करो मैं ये हथ ले आंदा, ये भी प्रकाश हो गया। हर कोई चीज़ इत्थे आप ला के देख सकते हाँ, जो भी इत्थे ला के देखांगे प्रकाश हो जाएगा, क्योंकि ये साडा निज महल है। इत्थे कोई भी चीज़ आउंदी है प्रकाश हो जाती है जदों असीं एक दृष्ट हो जाते हैं, साडा दर खुल जाता है। देख सकते हाँ आप सारे। ध्यान नीचे लेके जाओ हुण, बिल्कुल रिलैक्स। जिथे आप बैठे नीचे जो विषय है, फर्श चादर जो भी है, उस तो थोड़ा ऊपर देखने की कोशिश करनी है। इत्थे सानू प्रकाश अनुभव होना शुरू होएगा। और फिर नेत्र सम करके अपने आप को देखिए।
फिर नीचे ले जो ध्यान। और सम करके देखिए फिर अपने आप को, फिर अपने प्रकाश रूप में देखिए सम करके। वाहिगुरु जी का खालसा, वाहिगुरु जी की फतेह। सो इस तरीके दे नाल जदों आपां अभ्यास करते हाँ तो ये जिहड़ी खेड प्रगट हो जाती है, सानू सोझी आ जाती है तो असी प्रभु समा जाते हाँ, तो सारा खेड ही उल्ट हो जाता है गुर दे ज्ञान द्वारा। फिर सानू कुछ करन दी लोड़ नहीं पैंदी, सिर्फ ध्याना रह जाता है, देखना रह जाता है। बस प्यार पाना है प्रभु दे नाल, प्यार तो उपर कुछ नहीं है, क्योंकि प्रभु होर किसी तरीके दे नाल नहीं पाया जाता। सिर्फ एको तरीका है जिहड़ा उसनूं प्रेम करता है, वही उसनूं पाउंदा है। साच कहो सुन ले हो सब है, जिन प्रेम कियो तिन ही प्रभ पायो। सो आओ हुण इन्नी क विचार करते हैं, बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।